ਸਤਿ ਸ਼੍ਰੀ ਅਕਾਲ ਮੇਰੇ ਪਿਆਰੇ ਦੋਸਤੋ। ਮੈਂ ਤੁਹਾਡਾ ਦੋਸਤ ਕਮਲਦੀਪ, ਮੈਥ ਮਾਸਟਰ, ਸਰਕਾਰੀ ਹਾਈ ਸਕੂਲ ਭੱਠਲਾਂ, ਜ਼ਿਲ੍ਹਾ ਬਰਨਾਲਾ ਤੋਂ। ਮੈਂ ਅੱਜ ਫਿਰ ਤੁਹਾਡੇ ਨਾਲ ਸਾਂਝਾ ਕਰਾਂਗਾ 10ਵੀਂ ਜਮਾਤ ਦਾ ਅਧਿਆਇ 13, ਜੋ ਕਿ ਸਾਡੇ ਕੋਲ ਹੈ ਸਤਹੀ ਖੇਤਰਫਲ ਅਤੇ ਆਇਤਨ। ਜਿਸ ਤਰ੍ਹਾਂ ਕਿ ਅਸੀਂ ਜੋ ਪਿਛਲੀ ਕਲਾਸਾਂ ਹਨ ਉਹਨਾਂ ਦੇ ਵਿੱਚ ਵੱਖ-ਵੱਖ ਵਸਤੂਆਂ ਦਾ ਖੇਤਰਫਲ ਕਿਸ ਤਰ੍ਹਾਂ ਪਤਾ ਕਰ ਸਕਦੇ ਹਾਂ ਇਸ ਬਾਰੇ ਵਿੱਚ ਪੜ੍ਹ ਚੁੱਕੇ ਹਾਂ, ਅਤੇ ਨਾਲ ਹੀ ਵੱਖ-ਵੱਖ ਵਸਤੂਆਂ ਜੋ ਆਕ੍ਰਿਤੀਆਂ ਹਨ ਉਹਨਾਂ ਦੇ ਆਇਤਨ ਦੇ ਸੂਤਰ ਅਤੇ ਉਹਨਾਂ ਦੇ ਸਵਾਲ ਜੋ ਹੱਲ ਕਰ ਚੁੱਕੇ ਹਾਂ। ਅੱਜ ਅਸੀਂ ਕਰਾਂਗੇ ਅਗਲਾ ਅਭਿਆਸ 13.3, ਜੋ ਕਿ ਬਹੁਤ ਹੀ ਮਹੱਤਵਪੂਰਨ ਅਭਿਆਸ ਹੈ, ਜਿਸ ਦੇ ਵਿੱਚ ਅਸੀਂ ਜੋ ਸਾਰੀਆਂ ਹੀ ਵਸਤੂਆਂ ਹਨ ਉਹਨਾਂ ਦੇ ਆਇਤਨ ਦੇ ਸੂਤਰ ਦੇ ਨਾਲ ਹੱਲ ਹੁੰਦੀਆਂ ਹਨ। ਇਸ ਦੇ ਵਿੱਚ ਅਸੀਂ ਇੱਕ ਵਸਤੂ ਤੋਂ ਦੂਸਰੀ ਵਸਤੂ ਜੋ ਹੈ ਤਿਆਰ ਕਰਦੇ ਹਾਂ, ਤਾਂ ਉਸ ਦੇ ਨਾਲ ਦੇ ਜੋ ਸਵਾਲ ਹਨ ਆਓ ਹੁਣ ਹੱਲ ਕਰਦੇ ਹਾਂ। ਹੁਣ ਅਸੀਂ ਕਰਾਂਗੇ ਅਭਿਆਸ 13.3 ਦਾ ਸਭ ਤੋਂ ਪਹਿਲਾ ਸਵਾਲ, ਜਿਸ ਦੇ ਵਿੱਚ ਸਾਨੂੰ ਕਿਹਾ ਗਿਆ ਹੈ ਕਿ ਅਰਧ ਵਿਆਸ 4.2 ਸੈਂਟੀਮੀਟਰ ਵਾਲਾ ਇੱਕ ਧਾਤੂ ਦਾ ਗੋਲਾ ਹੈ। ਇਸ ਨੂੰ ਅਸੀਂ ਪਿਘਲਾ ਕੇ 6 ਸੈਂਟੀਮੀਟਰ ਅਰਧ ਵਿਆਸ ਵਾਲੇ ਇੱਕ ਬੇਲਣ ਦੇ ਰੂਪ ਵਿੱਚ ਢਾਲਿਆ ਹੈ। ਬੇਲਣ ਦੀ ਉਚਾਈ ਜੋ ਹੈ ਪਤਾ ਕਰੋ। ਜਿਸ ਤਰ੍ਹਾਂ ਅਸੀਂ ਤਸਵੀਰ ਵਿੱਚ ਦੇਖ ਪਾ ਰਹੇ ਹਾਂ ਕਿ ਸਾਡੇ ਕੋਲ ਇੱਕ ਧਾਤੂ ਦਾ ਗੋਲਾ ਸੀ। ਇਸ ਨੂੰ ਅਸੀਂ ਪਿਘਲਾ ਕੇ ਇੱਕ ਬੇਲਣ ਦੇ ਰੂਪ ਵਿੱਚ ਢਾਲ ਲਿਆ ਹੈ। ਬੇਲਣ ਦਾ ਸਾਨੂੰ ਅਰਧ ਵਿਆਸ ਦਿੱਤਾ ਹੋਇਆ ਹੈ, ਇਸ ਦੀ ਅਸੀਂ ਉਚਾਈ ਪਤਾ ਕਰਨੀ ਹੈ। ਹੁਣ ਅਸੀਂ ਸਭ ਤੋਂ ਪਹਿਲਾਂ ਜਦੋਂ ਇੱਕ ਰੂਪ ਤੋਂ ਦੂਸਰੇ ਰੂਪ ਵਿੱਚ ਕਿਸੇ ਵਸਤੂ ਨੂੰ ਢਾਲਦੇ ਹਾਂ ਤਾਂ ਹਮੇਸ਼ਾ ਉਸਦੇ ਆਇਤਨ ਦੀ ਗੱਲ ਕਰਦੇ ਹਾਂ। ਤਾਂ ਧਾਤੂ ਦਾ ਜੋ ਗੋਲਾ ਸੀ ਉਸ ਦਾ ਅਰਧ ਵਿਆਸ ਬਰਾਬਰ ਹੈ 4.2 ਸੈਂਟੀਮੀਟਰ। ਬੇਲਣ ਦਾ ਅਰਧ ਵਿਆਸ ਬਰਾਬਰ ਹੈ 6 ਸੈਂਟੀਮੀਟਰ। ਬੇਲਣ ਦੀ ਉਚਾਈ ਬਰਾਬਰ ਹੈ h। ਹੁਣ ਆਇਤਨ, ਗੋਲੇ ਦਾ ਆਇਤਨ ਦਾ ਸੂਤਰ ਸਾਨੂੰ ਪਤਾ ਹੈ ਕਿ 4/3 ਪਾਈ r ਦੀ ਪਾਵਰ 3। r ਦੀ ਜਗ੍ਹਾ ਦੇ ਉੱਤੇ ਹੁਣ ਅਸੀਂ 4.2 ਜੋ ਹੈ ਮੁੱਲ ਉਹ ਭਰ ਦੇਵਾਂਗੇ, ਤਾਂ ਜੋ ਗੋਲੇ ਦਾ ਆਇਤਨ ਹੈ ਉਹ ਸਾਡੇ ਕੋਲ ਆ ਜਾਏਗਾ 4/3 ਗੁਣਾ 22/7 ਗੁਣਾ 4.2 ਗੁਣਾ 4.2 ਗੁਣਾ 4.2। ਹੁਣ ਬੇਲਣ ਦਾ ਜੋ ਅਰਧ ਵਿਆਸ ਹੈ ਸਾਨੂੰ ਦਿੱਤਾ ਹੋਇਆ ਹੈ 6, ਅਤੇ ਬੇਲਣ ਦਾ ਆਇਤਨ ਦਾ ਜੋ ਸੂਤਰ ਹੁੰਦਾ ਹੈ ਉਹ ਹੁੰਦਾ ਹੈ πr²h। r ਦੀ ਜਗ੍ਹਾ ਦੇ ਉੱਤੇ ਅਸੀਂ 6 ਭਰ ਦੇਵਾਂਗੇ ਅਤੇ h ਜੋ ਉਚਾਈ ਹੈ ਉਹ ਅਸੀਂ ਪਤਾ ਕਰਨੀ ਹੈ। ਤਾਂ ਸਾਡੇ ਕੋਲ ਆ ਜਾਏਗਾ 22/7 ਗੁਣਾ 6 ਗੁਣਾ 6 ਗੁਣਾ h। ਇਸ ਤੋਂ ਬਾਅਦ ਕਿਉਂਕਿ ਬੇਲਣ ਦਾ ਆਇਤਨ ਗੋਲੇ ਦੇ ਆਇਤਨ ਦੇ ਬਰਾਬਰ ਹੈ ਤਾਂ ਦੋਨਾਂ ਦੇ ਆਇਤਨ ਨੂੰ ਅਸੀਂ ਬਰਾਬਰ ਰੱਖਾਂਗੇ, ਯਾਨੀ ਕਿ 22/7 ਗੁਣਾ 6 ਗੁਣਾ 6 ਗੁਣਾ h ਬਰਾਬਰ ਹੈ 4/3 ਗੁਣਾ 22/7 ਗੁਣਾ 4.2 ਗੁਣਾ 4.2 ਗੁਣਾ 4.2। ਹੁਣ ਅਸੀਂ h ਦਾ ਮੁੱਲ ਜੋ ਹੈ ਪਤਾ ਕਰਨਾ ਹੈ। ਤਾਂ ਜੋ ਵੀ ਸਾਡੇ ਕੋਲ ਟਰਮ ਖੱਬੇ ਹੱਥ ਯਾਨੀ ਕਿ ਲੈਫਟ ਹੈਂਡ ਸਾਈਡ ਦੇ ਉੱਤੇ ਹਨ h ਵਾਲੇ ਪਾਸੇ, ਜੋ ਮਲਟੀਪਲਾਈ ਵਿੱਚ ਹਨ ਦੂਸਰੀ ਸਾਈਡ 'ਤੇ ਜਾ ਕੇ ਡਿਵਾਈਡ ਹੋ ਜਾਣਗੀਆਂ, ਅਤੇ ਜੋ ਡਿਵਾਈਡ 'ਚ ਹਨ ਉਹ ਮਲਟੀਪਲਾਈ ਹੋ ਜਾਣਗੀਆਂ। ਹੁਣ ਸਾਡੇ ਕੋਲ h ਬਰਾਬਰ ਆ ਜਾਏਗਾ 4/3 ਗੁਣਾ 22/7 ਗੁਣਾ 42/10 ਗੁਣਾ 42/10 ਗੁਣਾ 42/10 ਗੁਣਾ 7/22 ਗੁਣਾ 1/6 ਗੁਣਾ 1/6। 22/7 ਨਾਲ 22/7 ਜੋ ਹਨ ਕੈਂਸਲ ਹੋ ਜਾਣਗੇ, ਅਤੇ ਜਦੋਂ ਅਸੀਂ ਸਾਰੇ ਨੂੰ ਪੂਰਾ ਹੱਲ ਕਰਾਂਗੇ ਤਾਂ ਸਾਡੇ ਕੋਲ ਆ ਜਾਏਗਾ 2744/1000। ਅਤੇ ਜਦੋਂ 1000 ਯਾਨੀ ਕਿ 3 ਜ਼ੀਰੋ ਹਨ ਤਾਂ ਅਸੀਂ ਲਾਸਟ ਤੋਂ 3 ਡਿਜਿਟ ਛੱਡ ਕੇ ਬਿੰਦੂ ਲਗਾਵਾਂਗੇ ਤਾਂ ਸਾਡੇ ਕੋਲ ਆ ਜਾਏਗਾ 2.744 ਸੈਂਟੀਮੀਟਰ। ਹੁਣ ਅਸੀਂ ਕਰਦੇ ਹਾਂ ਅਭਿਆਸ 13.3 ਦਾ ਸਭ ਤੋਂ ਪਹਿਲਾ ਸਵਾਲ। ਇਹ ਸਵਾਲ ਜੋ ਹੈ ਸਾਡੇ ਐਗਜ਼ਾਮ ਦੇ ਪੁਆਇੰਟ ਆਫ ਵਿਊ ਨਾਲ ਬਹੁਤ ਹੀ ਇੰਪੋਰਟੈਂਟ ਹਨ, ਤਾਂ ਇਹਨਾਂ ਨੂੰ ਬਹੁਤ ਹੀ ਧਿਆਨ ਦੇ ਨਾਲ ਕਰਨ ਦੀ ਸਾਨੂੰ ਜ਼ਰੂਰਤ ਹੈ। ਸਭ ਤੋਂ ਪਹਿਲਾ ਸਵਾਲ ਜੋ ਅਸੀਂ ਕਰ ਰਹੇ ਹਾਂ, ਵਿਆਸ 7 ਮੀਟਰ ਵਾਲਾ ਇੱਕ ਖੂਹ 20 ਮੀਟਰ ਡੂੰਘਾ ਪੁੱਟਿਆ ਜਾਂਦਾ ਹੈ, ਅਤੇ ਪੁੱਟਣ ਦੇ ਨਾਲ ਨਿਕਲੀ ਮਿੱਟੀ ਨੂੰ ਇੱਕੋ ਜਿਹੇ ਰੂਪ ਵਿੱਚ ਫੈਲਾ ਕੇ
22 मीटर गुना 14 मीटर वाला एक चबूतरा बनाया गया है। इस चबूतरे की असी उचाई जो है वो पता करनी है। तो प्यारे बच्चों, सानू क्वेश्चन दे विच कहा गया है कि एक खूह जो है जिसका व्यास 7 मीटर है ਅਤੇ जिस की डूंघाई जो है वो 20 मीटर है, वो पट्टिया गया है। ਅਤੇ इस तो बाद ਜਿਹੜੀ निकली हुई मिट्टी है इस दे नाल असी 22 मीटर लंबा 14 मीटर चौड़ा एक चबूतरा बनाया है। असी इस चबूतरे की उचाई जो है पता करनी है। ਤਾਂ ਜਿਸ ਤਰ੍ਹਾਂ ਅਸੀਂ ਤਸਵੀਰ ਵਿੱਚ ਵੀ ਦੇਖ ਪਾ ਰਹੇ ਹਾਂ ਕਿ ਜਦੋਂ ਅਸੀਂ ਖੂਹ ਨੂੰ ਪੁੱਟਦੇ ਹਾਂ ਤਾਂ ਉਸ ਦੇ ਨਾਲ ਜੋ ਮਿੱਟੀ ਬਾਹਰ ਨਿਕਲਦੀ ਹੈ ਉਹ ਸਾਰੀ ਦੀ ਸਾਰੀ ਮਿੱਟੀ ਜੋ ਹੈ ਚਬੂਤਰਾ ਬਣਾਉਣ ਦੇ ਲਈ ਵਰਤੀ ਗਈ ਹੈ। ਤਾਂ ਪ੍ਰਸ਼ਨ ਦੇ ਅਨੁਸਾਰ ਅਸੀਂ ਸਭ ਤੋਂ ਪਹਿਲਾਂ ਜਿਹੜੀ ਮਿੱਟੀ ਸੀ ਉਹ ਪਤਾ ਕਰਾਂਗੇ ਕਿ ਕਿੰਨੀ ਸਾਡੀ ਮਿੱਟੀ ਅਸੀਂ ਬਾਹਰ ਕੱਢੀ ਹੈ। ਜਦੋਂ ਸਾਨੂੰ ਉਹ ਪਤਾ ਲੱਗ ਗਈ ਤਾਂ ਉਸ ਦੇ ਨਾਲ ਅਸੀਂ जो चबूतरे की उचाई है पता कर सकते हैं। तो सब तो पहला हुण असी गल करते हैं खूह की। खूह जो साडे कोल बेलनाकार आकार का है ਅਤੇ खूह का व्यास सानू दिता है 7 मीटर। खूह का अर्ध व्यास 7/2 मीटर। खूह की जो डूंघाई है जिसनू असी एच भी कह सकते हाँ 20 मीटर। तो खूह विचों निकली मिट्टी का आयतन, जो खूह विचों मिट्टी कितनी निकलेगी, जिन्ना खूह का आयतन होएगा उन्नी ही मिट्टी निकलेगी। तो जो खूह है साडे कोल वो बेलाकार आकार का हुंदा है, तो इसलिए इसका आयतन पाई r स्क्वेयर एच के बराबर हुंदा है। पाई का मुल 22/7 गुणा 7/2 गुणा 7/2 ਅਤੇ जो उचाई है ਜਾਂ ਡੂੰਘਾਈ कह सकते हैं वो साडे कोल है 20। तो इस तरह असी जो मिट्टी सी उसका आयतन जो है वो पता कर सकते हैं। हुण उस तो बाद जो सानू चबूतरा है उस दे बारे गल करते हाँ। तो चबूतरे की जो लंबाई है वो 22 मीटर है। चबूतरे की चौड़ाई जो है 14 मीटर है। चबूतरे की उचाई असी पता करनी है जिसनू असी एच दे नाल लिखते हैं। तो चबूतरा जो है क्योंकि इसकी लंबाई है चौड़ाई है उचाई है एक घनाव आकार वस्तु है, तो चबूतरे का आयतन किस दे बराबर होएगा जिन्नी साडे खूह विचों मिट्टी बाहर निकली है। तो सब तो पहला हुण असी गल करते हाँ लंबाई गुणा चौड़ाई गुणा उचाई। चबूतरे का आयतन घनाव का आयतन लंबाई गुणा चौड़ाई गुणा उचाई बराबर है खूह विचों निकली मिट्टी का आयतन यानी कि 22/7 गुणा 7/2 गुणा 7/2 गुणा 20। तो लंबाई की जगह ते असी जो फिल करांगे वो 22, चौड़ाई की जगह ते असी भरांगे 14 ਅਤੇ उचाई की जगह ते असी फिल करांगे एच जो कि बराबर है 22/7 गुणा 7/2 गुणा 7/2 गुणा 20 ਦੇ। ਹੁਣ ਇਸ ਨੂੰ ਜਦੋਂ ਅਸੀਂ ਅੱਗੇ ਹੱਲ ਕਰਾਂਗੇ ਤਾਂ ਅਸੀਂ ਜੋ h ਦਾ ਮੁੱਲ ਹੈ ਉਹ ਪਤਾ ਕਰਨਾ ਹੈ। ਤਾਂ ਸਾਡੇ ਕੋਲ ਇਹ ਆ ਜਾਏਗਾ ਬਰਾबर है 22/7 गुणा 7/2 गुणा 7/2 गुणा 20। जो 22 एच वाली साइड ते मल्टीप्लाई होए सी दूसरी साइड ਦੇ ਉੱਤੇ ਜਾ ਕੇ ਉਹ डिवाइड हो जाएंगे, क्योंकि जो कोई मल्टीप्लाई वाली टर्म होंगी है इक्वल टू दे दूसरी साइड ते जाती है तो वह डिवाइड हो जाती है। इस तरह 14 भी जो हैं वो डिवाइड हो जाएंगे। तो साडे कोल आखिर दे विच आ जाएगा एच बराबर है 5/2 मीटर यानी कि 2.5 मीटर। इस तरह जो असी खूह पुट्टन तो बाद चबूतरा बनाया सी उसकी कुल उचाई साडे कोल आ जाती है 2.5 मीटर। प्यारे बच्चों, यह क्वेश्चन पेपर के रिगार्डिंग बहुत ही इंपॉर्टेंट हैं। अगला क्वेश्चन जो असी करन लगे हाँ उस दे विच सानू कहा गया है कि क्रमवार 6 सेंटीमीटर 8 सेंटीमीटर ਅਤੇ 10 सेंटीमीटर अर्ध व्यास वाले धातु के 3 ठोस गोलियां नूं
ਪਿਘਲਾ ਕੇ ਇੱਕ ਵੱਡਾ ਗੋਲਾ ਬਣਾਇਆ ਜਾਂਦਾ ਹੈ। ਇਸ ਗੋਲੇ ਦਾ ਅਰਧ ਵਿਆਸ ਪਤਾ ਕਰੋ। ਤਾਂ ਕੁਐਸਚਨ ਦੇ ਵਿੱਚ ਜੋ ਸਮਝਣ ਵਾਲੀ ਚੀਜ਼ ਹੈ ਉਹ ਇਹ ਹੈ ਕਿ ਸਾਡੇ ਕੋਲ ਪਹਿਲਾਂ 3 ਜੋ ਸਨ ਗੋਲੇ ਸਨ, ਜਿਨ੍ਹਾਂ ਨੂੰ ਅਸੀਂ ਪਿਘਲਾ ਕੇ ਇੱਕ ਵੱਡਾ ਜੋ ਹੈ ਗੋਲਾ ਬਣਾਇਆ ਹੈ। ਅਸੀਂ ਉਸ ਗੋਲੇ ਦਾ ਜੋ ਹੈ ਅਰਧ ਵਿਆਸ ਪਤਾ ਕਰਨਾ ਹੈ। ਸਭ ਤੋਂ ਪਹਿਲਾਂ ਜੋ ਸਾਡੇ ਕੋਲ ਪਹਿਲਾ ਗੋਲਾ ਹੈ ਉਸ ਦਾ ਅਰਧ ਵਿਆਸ ਸਾਨੂੰ ਦਿੱਤਾ ਹੈ 6 ਸੈਂਟੀਮੀਟਰ। ਦੂਸਰਾ ਜੋ ਗੋਲਾ ਹੈ ਉਸ ਦਾ ਸਾਨੂੰ ਅਰਧ ਵਿਆਸ ਦਿੱਤਾ ਹੈ 8 ਸੈਂਟੀਮੀਟਰ ਅਤੇ ਜੋ ਤੀਸਰਾ ਅਰਧ ਗੋਲਾ ਹੈ ਉਸ ਦਾ ਸਾਨੂੰ ਅਰਧ ਵਿਆਸ ਦਿੱਤਾ ਹੈ 10 ਸੈਂਟੀਮੀਟਰ। ਇਹਨਾਂ ਨੂੰ ਪਿਘਲਾਇਆ ਜਾਂਦਾ ਹੈ। ਪਿਘਲਾ ਕੇ ਇੱਕ ਨਵਾਂ ਗੋਲਾ ਜੋ ਹੈ ਉਹ ਤਿਆਰ ਕੀਤਾ ਜਾਂਦਾ ਹੈ, ਜੋ ਕਿ ਇਹਨਾਂ ਤਿੰਨਾਂ ਗੋਲਿਆਂ ਨੂੰ ਮਿਲਾ ਕੇ ਬਣਾਇਆ ਗਿਆ ਹੈ। ਤਾਂ ਇਸ ਦੇ ਵਿੱਚ ਜਦੋਂ ਅਸੀਂ ਕੋਈ ਚੀਜ਼ ਪੁਰਾਣੀ ਚੀਜ਼ ਨੂੰ ਖਤਮ ਕਰਕੇ ਉਸ ਦੀ ਨਵੀਂ ਚੀਜ਼ ਬਣਾਉਂਦੇ ਹਾਂ ਤਾਂ ਉਸ ਦੇ ਆਇਤਨ ਦੀ ਗੱਲ ਹੁੰਦੀ ਹੈ ਹਮੇਸ਼ਾ। ਤਾਂ ਇੱਥੇ ਵੀ ਅਸੀਂ ਤਿੰਨਾਂ ਦਾ ਜੋ ਹੈ ਆਇਤਨ ਪਤਾ ਕਰਾਂਗੇ। ਉਸ ਤੋਂ ਬਾਅਦ ਜੋ ਤਿੰਨਾਂ ਦਾ ਆਇਤਨ ਹੋਵੇਗਾ ਉਹ ਵੱਡੇ ਜੋ ਗੋਲਾ ਹੈ ਉਸ ਦੇ ਆਇਤਨ ਦੇ ਬਰਾਬਰ ਆ ਜਾਏਗਾ। ਇਸ ਤਰ੍ਹਾਂ ਅਸੀਂ ਇਸ ਨੂੰ ਹੱਲ ਕਰਾਂਗੇ। ਹੁਣ ਸਭ ਤੋਂ ਪਹਿਲਾਂ ਪਹਿਲੇ ਗੋਲੇ ਦਾ ਅਰਧ ਵਿਆਸ ਬਰਾਬਰ ਹੈ 6 ਸੈਂਟੀਮੀਟਰ। ਦੂਸਰੇ ਗੋਲੇ ਦਾ ਅਰਧ ਵਿਆਸ ਬਰਾਬਰ ਹੈ 8 ਸੈਂਟੀਮੀਟਰ ਅਤੇ ਤੀਸਰੇ ਗੋਲੇ ਦਾ ਅਰਧ ਵਿਆਸ ਬਰਾਬਰ ਹੈ 10 ਸੈਂਟੀਮੀਟਰ। ਤਾਂ ਤਿੰਨੇ ਠੋਸ ਗੋਲਿਆਂ ਨੂੰ ਪਿਘਲਾ ਕੇ ਬਣੇ ਠੋਸ ਗੋਲੇ ਦਾ ਅਰਧ ਵਿਆਸ ਜੋ ਸਾਡੇ ਕੋਲ ਵੱਡਾ ਗੋਲਾ ਬਣਿਆ ਉਸ ਦਾ ਅਸੀਂ ਅਰਧ ਵਿਆਸ ਮੰਨ ਲੈਂਦੇ ਹਾਂ ਕਿ ਆਰ ਦੇ ਬਰਾਬਰ ਹੈ। ਤਿੰਨੇ ਠੋਸ ਗੋਲਿਆਂ ਨੂੰ ਪਿਘਲਾ ਕੇ ਜੋ ਸਾਡੇ ਕੋਲ ਗੋਲਾ ਬਣੇਗਾ ਉਸ ਦਾ ਆਇਤਨ ਹੋਵੇਗਾ ਪਹਿਲੇ ਗੋਲੇ ਦਾ ਆਇਤਨ ਜੋੜ ਦੂਜੇ ਗੋਲੇ ਦਾ ਆਇਤਨ ਜੋੜ ਤੀਜੇ ਗੋਲੇ ਦਾ ਆਇਤਨ। ਕਿਉਂਕਿ ਜੋ ਗੋਲਾ ਹੈ ਵੱਡਾ ਗੋਲਾ ਹੈ ਉਹ ਤਿੰਨਾਂ ਨੂੰ ਮਿਲਾ ਕੇ ਬਣਿਆ ਹੈ, ਤਾਂ ਇਸ ਲਈ ਅਸੀਂ ਤਿੰਨਾਂ ਦੇ ਆਇਤਨ ਦਾ ਜੋੜ ਲਿਖਾਂਗੇ। ਉਸ ਤੋਂ ਬਾਅਦ ਅਸੀਂ ਲਿਖਦੇ ਹਾਂ 4/3। ਕੈਪੀਟਲ ਦੇ ਵਿੱਚ ਆਰ ਲਿਖਿਆ ਹੈ ਜੋ ਕਿ ਦੱਸਦਾ ਹੈ ਕਿ ਵੱਡੇ ਗੋਲੇ ਦੀ ਅਰਧ ਵਿਆਸ ਦੀ ਗੱਲ ਕਰ ਰਹੇ ਹਾਂ। ਬਰਾਬਰ ਹੈ 4/3 ਪਾਈ ਆਰ ਦੀ ਜਗ੍ਹਾ ਤੇ ਮੈਂ ਇੱਥੇ ਏ ਲਿਖਿਆ ਹੈ ਜੋ ਕਿ ਪਹਿਲੇ ਗੋਲੇ ਦਾ ਅਰਧ ਵਿਆਸ, ਬੀ ਦੂਜੇ ਗੋਲੇ ਦਾ ਅਤੇ ਸੀ ਤੀਜੇ ਗੋਲੇ ਦਾ। ਜੋ ਫਾਰਮੂਲਾ ਸੀ 4/3 ਪਾਈ ਆਰ ਸਕੁਅਰ, ਉਸ ਦੇ ਵਿੱਚ ਜੋ ਰੇਡੀਅਸ ਸੀ ਅਰਧ ਵਿਆਸ ਸੀ ਉਹ ਮੈਂ ਪਹਿਲੇ ਗੋਲੇ ਦਾ ਏ ਦੂਜੇ ਦਾ ਬੀ ਅਤੇ ਤੀਜੇ ਦਾ ਸੀ ਲਿਖ ਲਿਆ ਹੈ। ਹੁਣ ਇਸ ਨੂੰ ਜਦੋਂ ਅੱਗੇ ਹੱਲ ਕਰਦੇ ਹਾਂ ਤਾਂ ਅਸੀਂ ਦੇਖਦੇ ਹਾਂ ਕਿ ਜੋ ਰਾਈਟ ਹੈਂਡ ਸਾਈਡ ਸੀ ਯਾਨੀ ਕਿ ਸਾਡਾ ਸੱਜਾ ਪਾਸਾ ਸੀ ਉਸ ਦੇ ਵਿੱਚੋਂ 4/3 ਪਾਈ ਜੋ ਹੈ ਸਾਂਝਾ ਨਿਕਲ ਆਉਂਦਾ ਹੈ ਅਤੇ ਬ੍ਰੈਕਟ ਦੇ ਵਿੱਚ ਸਾਡੇ ਕੋਲ ਬਚ ਜਾਂਦਾ ਹੈ ਏ ਦੀ 3 ਜੋੜ ਬੀ ਦੀ 3 ਜੋੜ ਸੀ ਦੀ 3। ਤਾਂ ਹੁਣ ਅਸੀਂ 4/3 ਪਾਈ ਜੋ ਹਨ ਦੋਨੇ ਪਾਸੇ ਇੱਕ ਦੂਜੇ ਨਾਲ ਕੈਂਸਲ ਆਊਟ ਹੋ ਜਾਣਗੇ। ਹੁਣ ਸਾਡੇ ਕੋਲ ਆ ਜਾਏਗਾ 4/3 ਪਾਈ ਆਰ ਦੀ ਕਿਊਬ ਬਰਾਬਰ ਹੈ 4/3 ਪਾਈ 6 ਦੀ ਕਿਊਬ ਪਲੱਸ 8 ਦੀ ਕਿਊਬ ਪਲੱਸ 10 ਦੀ ਕਿਊਬ। ਤਾਂ ਜਦੋਂ ਅਸੀਂ ਇਹਨਾਂ ਕਿਊਬਸ ਨੂੰ ਹੱਲ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ 4/3 ਪਾਈ ਜੋ ਹਨ 4/3 ਪਾਈ ਨਾਲ ਕੈਂਸਲ ਆਊਟ ਹੋ ਜਾਂਦੇ ਹਨ। ਤਾਂ ਸਾਡੇ ਕੋਲ ਜੋ ਲੈਫਟ ਹੈਂਡ ਸਾਈਡ ਸੀ ਖੱਬਾ ਪਾਸਾ ਸੀ ਉੱਥੇ ਸਿਰਫ ਬਚ ਜਾਂਦਾ ਹੈ ਆਰ ਦੀ ਪਾਵਰ 3। 6 ਦੀ ਪਾਵਰ 3 ਯਾਨੀ ਕਿ 6 ਗੁਣਾ 6 ਗੁਣਾ 6। ਜਦੋਂ ਅਸੀਂ 6 ਨੂੰ 3 ਵਾਰ ਗੁਣਾ ਕਰਦੇ ਹਾਂ ਆਪਸ ਵਿੱਚ ਤਾਂ ਸਾਡੇ ਕੋਲ ਆ ਜਾਂਦਾ ਹੈ 216। ਇਸੇ ਤਰ੍ਹਾਂ 8 ਦੀ ਪਾਵਰ 3 ਯਾਨੀ ਕਿ 8 ਗੁਣਾ 8 ਗੁਣਾ 8 ਬਰਾਬਰ ਆ ਜਾਂਦਾ ਹੈ ਸਾਡੇ ਕੋਲ 512। ਅਤੇ ਇਸੇ ਤਰ੍ਹਾਂ ਜਦੋਂ ਅਸੀਂ 10 ਨੂੰ 3 ਵਾਰ ਮਲਟੀਪਲਾਈ ਕਰਦੇ ਹਾਂ ਤਾਂ ਸਾਡੇ ਕੋਲ ਆ ਜਾਂਦਾ ਹੈ 1000। ਤਾਂ ਇਸ ਤਰ੍ਹਾਂ ਆਰ ਦੀ 3 ਬਰਾਬਰ ਹੈ 216 ਜੋੜ 512 ਜੋੜ 1000। ਇਸ ਨੂੰ ਜਦੋਂ ਅਸੀਂ ਅੱਗੇ ਹੱਲ ਕਰਦੇ ਹਾਂ ਤਾਂ ਅਸੀਂ ਜੋ ਤਿੰਨੇ ਟਰਮਸ ਹਨ ਇਹਨਾਂ ਦਾ ਜੋੜ ਕਰਦੇ ਹਾਂ। ਜੋੜ ਕਰਨ 'ਤੇ ਸਾਡੇ ਕੋਲ ਆ ਜਾਂਦਾ ਹੈ ਆਰ ਦੀ 3 ਬਰਾਬਰ ਹੈ 1728 ਦੇ। ਤਾਂ ਹੁਣ ਜਦੋਂ ਅਸੀਂ ਇਸ ਦੇ ਕਿਊਬ ਰੂਟ ਪਤਾ ਕਰਨਾ ਹੈ ਤਾਂ ਆਰ ਦੀ 3 ਬਰਾਬਰ ਆ ਜਾਂਦਾ ਹੈ ਸਾਡੇ ਕੋਲ 12 ਦੀ ਸ਼ਕਤੀ 3 12 ਦੀ ਪਾਵਰ
3 'ਤੇ। ਤਾਂ ਜੋ ਪਾਵਰ ਹਨ ਉਹ ਇੱਕ ਦੂਜੇ ਨਾਲ ਕੈਂਸਲ ਹੋ ਜਾਂਦੀਆਂ ਹਨ, ਤਾਂ ਸਾਡੇ ਕੋਲ ਆਰ ਜੋ ਹੈ ਉਹ ਆ ਜਾਂਦਾ ਹੈ 12 ਦੇ ਬਰਾਬਰ। ਇਸ ਤਰ੍ਹਾਂ ਜੋ ਵੱਡਾ ਗੋਲਾ ਹੈ ਉਸਦਾ ਸਾਡੇ ਕੋਲ ਅਰਧ ਵਿਆਸ ਜੋ ਹੈ ਆ ਜਾਂਦਾ ਹੈ 12 ਸੈਂਟੀਮੀਟਰ। ਤਾਂ ਤਿੰਨੇ ਠੋਸ ਗੋਲਿਆਂ ਨੂੰ ਪਿਘਲਾ ਕੇ ਬਣੇ ਠੋਸ ਦਾ ਅਰਧ ਵਿਆਸ ਬਰਾਬਰ ਹੈ 12 ਸੈਂਟੀਮੀਟਰ। ਹੁਣ ਅਸੀਂ ਕਰਦੇ ਹਾਂ ਅਗਲਾ ਸਵਾਲ, ਜਿਸ ਦੇ ਵਿੱਚ ਸਾਨੂੰ ਕਿਹਾ ਗਿਆ ਹੈ ਕਿ 12 ਸੈਂਟੀਮੀਟਰ ਵਿਆਸ ਅਤੇ 15 ਸੈਂਟੀਮੀਟਰ ਉਚਾਈ ਵਾਲਾ ਇੱਕ ਲੰਬ ਚੱਕਰੀ ਬੇਲਣ ਦੇ ਆਕਾਰ ਦਾ ਬਰਤਨ ਹੈ ਜੋ ਕਿ ਆਈਸਕ੍ਰੀਮ ਦੇ ਨਾਲ ਪੂਰੀ ਤਰ੍ਹਾਂ ਭਰਿਆ ਹੋਇਆ ਹੈ। ਇਸ ਆਈਸਕ੍ਰੀਮ ਨੂੰ ਉਚਾਈ 12 ਸੈਂਟੀਮੀਟਰ ਅਤੇ ਵਿਆਸ 6 ਸੈਂਟੀਮੀਟਰ ਵਾਲੇ ਸ਼ੰਕੂਆਂ ਵਿੱਚ ਭਰਾ ਜਾਣਾ ਹੈ, ਜਿਨ੍ਹਾਂ ਦੇ ਉੱਪਰੀ ਭਾਗ ਦੇ ਉੱਤੇ ਅਰਧ ਗੋਲਾਕਾਰ ਜੋ ਆਈਸਕ੍ਰੀਮ ਹੈ ਉਹ ਲਗਾਈ ਜਾਣੀ ਹੈ। ਉਹਨਾਂ ਸ਼ੰਕੂਆਂ ਦੀ ਸੰਖਿਆ ਪਤਾ ਕਰਨੀ ਹੈ ਜੋ ਆਈਸਕ੍ਰੀਮ ਨਾਲ ਭਰੇ ਜਾ ਸਕਦੇ ਹਨ। ਤਾਂ ਹੁਣ ਜਿਸ ਤਰ੍ਹਾਂ ਕਿ ਅਸੀਂ ਤਸਵੀਰ ਵਿੱਚ ਦੇਖ ਪਾ ਰਹੇ ਹਾਂ ਕਿ ਸਾਡੇ ਕੋਲ ਇੱਕ ਬੇਲਨਾਕਾਰ ਆਕ੍ਰਿਤੀ ਹੈ ਜਿਸ ਦਾ ਕਿ ਸਾਡੇ ਕੋਲ ਅਰਧ ਵਿਆਸ 6 ਸੈਂਟੀਮੀਟਰ ਹੈ, ਯਾਨੀ ਕਿ ਵਿਆਸ ਜੋ ਸੀ 12 ਸੈਂਟੀਮੀਟਰ ਸੀ। ਅਸੀਂ ਜਾਣਦੇ ਹਾਂ ਕਿ ਅਰਧ ਵਿਆਸ ਜੋ ਹੈ ਵਿਆਸ ਨਾਲੋਂ ਅੱਧਾ ਹੁੰਦਾ ਹੈ, ਤਾਂ ਇਸ ਲਈ ਅਰਧ ਵਿਆਸ ਬਰਾਬਰ ਹੈ 6 ਸੈਂਟੀਮੀਟਰ ਅਤੇ ਇਸ ਦੀ ਉਚਾਈ ਜੋ ਸੀ ਉਹ 15 ਸੈਂਟੀਮੀਟਰ ਸੀ। ਇਹ ਆਈਸਕ੍ਰੀਮ ਦੇ ਨਾਲ ਪੂਰੀ ਤਰ੍ਹਾਂ ਭਰਿਆ ਹੋਇਆ ਸੀ। ਇਸ ਦੇ ਵਿੱਚੋਂ ਆਈਸਕ੍ਰੀਮ ਲੈ ਕੇ ਕੋਨ ਦੇ ਵਿੱਚ ਭਰੀ ਜਾਣੀ ਹੈ। ਕੋਨ ਦੀ ਉਚਾਈ ਜੋ ਹੈ ਉਹ ਸਾਡੇ ਕੋਲ ਦਿੱਤੀ ਹੋਈ ਹੈ 12 ਸੈਂਟੀਮੀਟਰ ਅਤੇ ਜੋ ਵਿਆਸ ਹੈ ਉਹ ਦਿੱਤਾ ਹੋਇਆ ਹੈ 6 ਸੈਂਟੀਮੀਟਰ ਅਤੇ ਇਸ ਦੇ ਉੱਪਰੀ ਭਾਗ ਦੇ ਉੱਤੇ ਅਰਧ ਗੋਲਾਕਾਰ ਆਈਸਕ੍ਰੀਮ ਰੱਖੀ ਜਾਣੀ ਹੈ। ਅਸੀਂ ਪਤਾ ਕਰਨਾ ਹੈ ਕਿ ਡੱਬੇ ਦੀ ਆਈਸਕ੍ਰੀਮ ਦੇ ਨਾਲ ਕੁੱਲ ਕਿੰਨੇ ਸ਼ੰਕੂ ਜੋ ਹਨ ਭਰੇ ਜਾ ਸਕਦੇ ਹਨ। ਤਾਂ ਹੁਣ ਅਸੀਂ ਦੇਖਦੇ ਹਾਂ ਕਿ ਆਈਸਕ੍ਰੀਮ ਦਾ ਜੋ ਬੇਲਣ ਹੈ ਉਸ ਦੀ ਉਚਾਈ ਕਿੰਨੀ ਹੈ 15 ਸੈਂਟੀਮੀਟਰ, ਸ਼ੰਕੂ ਦਾ ਵਿਆਸ ਬਰਾਬਰ ਹੈ 6 ਸੈਂਟੀਮੀਟਰ ਅਤੇ ਸ਼ੰਕੂ ਦਾ ਅਰਧ ਵਿਆਸ ਬਰਾਬਰ ਹੈ 3 ਸੈਂਟੀਮੀਟਰ, ਉਚਾਈ 12 ਸੈਂਟੀਮੀਟਰ, ਅਰਧ ਗੋਲੇ ਦਾ ਜੋ ਅਰਧ ਵਿਆਸ ਹੈ ਉਹ ਵੀ ਸਾਡੇ ਕੋਲ ਆਏਗਾ 3 ਸੈਂਟੀਮੀਟਰ। ਮੰਨ ਲਓ ਕਿ ਜੋ ਸਾਡੇ ਕੋਲ ਆਈਸਕ੍ਰੀਮ ਦਾ ਡੱਬਾ ਹੈ ਉਸ ਦੇ ਨਾਲ ਕਿੰਨੇ ਆਈਸਕ੍ਰੀਮ ਭਰੇ ਜਾ ਸਕਦੇ ਹਨ n। ਤਾਂ ਜੋ ਆਈਸਕ੍ਰੀਮ ਦਾ ਡੱਬਾ ਹੈ ਉਸ ਦੇ ਵਿੱਚੋਂ ਭਰੇ ਜਾ ਸਕਦੇ ਜੋ ਆਈਸਕ੍ਰੀਮ ਹਨ ਉਹਨਾਂ ਦਾ ਆਇਤਨ ਕਿਸ ਦੇ ਬਰਾਬਰ ਹੋਏਗਾ, ਬੇਲਣ ਦੇ ਆਇਤਨ ਦੇ, ਯਾਨੀ ਕਿ ਆਈਸਕ੍ਰੀਮ ਦੇ ਬੇਲਣ ਦਾ ਆਇਤਨ ਬਰਾਬਰ ਹੈ ਸ਼ੰਕੂ ਦਾ ਆਇਤਨ ਪਲੱਸ ਅਰਧ ਗੋਲੇ ਦਾ ਆਇਤਨ ਜੋ ਕਿ ਇੱਕ ਜੋ ਆਈਸਕ੍ਰੀਮ ਹੈ ਉਸ ਦਾ ਹੋ ਜਾਏਗਾ ਅਤੇ ਅਸੀਂ ਕਿੰਨੀਆਂ ਭਰ ਸਕਦੇ ਹਾਂ n, ਤਾਂ ਇਸ ਨੂੰ n ਨਾਲ ਮਲਟੀਪਲਾਈ ਕਰ ਦੇਵਾਂਗੇ। ਹੁਣ ਸਾਨੂੰ ਇਹਨਾਂ ਦੇ ਫਾਰਮੂਲੇ ਜੋ ਹਨ ਪਤਾ ਹਨ। ਤਾਂ ਜੋ ਬੇਲਣ ਹੈ ਉਸ ਦਾ ਫਾਰਮੂਲਾ ਹੁੰਦਾ ਹੈ πr²h। ਕਿਉਂਕਿ ਜੋ ਬੇਲਣ ਹੈ ਵੱਡਾ ਹੈ ਇਸ ਲਈ ਮੈਂ ਇੱਥੇ ਕੈਪੀਟਲ R ਜੋ ਵੱਡੀ R ਹੈ ਉਸ ਦੀ ਵਰਤੋਂ ਕੀਤੀ ਹੈ, ਬਰਾਬਰ ਹੈ n, ਯਾਨੀ ਕਿ ਕਿੰਨੇ ਕੋਣ ਭਰ ਸਕਦੇ ਹਾਂ। ਉਸ ਤੋਂ ਬਾਅਦ ਸ਼ੰਕੂ ਦਾ ਆਇਤਨ 1/3 πr²h, ਅਰਧ ਗੋਲੇ ਦਾ ਆਇਤਨ 2/3 πr⁴ 3। ਤਾਂ ਹੁਣ ਜਦੋਂ ਅਸੀਂ ਇਸ ਦੇ ਮੁੱਲ ਭਰਦੇ ਹਾਂ ਤਾਂ R ਜੋ ਬੇਲਣ ਦਾ ਸੀ ਉਹ ਸੀ ਸਾਡੇ ਕੋਲ 6, ਉਚਾਈ ਸਾਡੇ ਕੋਲ ਸੀ 15। ਇਸੇ ਤਰ੍ਹਾਂ ਜਦੋਂ ਅਸੀਂ ਅਰਧ ਗੋਲੇ ਦੀ ਗੱਲ ਕਰਦੇ ਹਾਂ ਤਾਂ ਸਾਡੇ ਕੋਲ ਅਰਧ ਵਿਆਸ ਆ ਜਾਂਦਾ ਹੈ 3 ਅਤੇ ਜਦੋਂ ਅਸੀਂ ਸ਼ੰਕੂ ਦੀ ਗੱਲ ਕਰਦੇ ਹਾਂ ਤਾਂ ਅਰਧ ਵਿਆਸ 3 ਅਤੇ ਉਚਾਈ 12। ਇਸ ਤੋਂ ਬਾਅਦ ਅਸੀਂ ਅੱਗੇ ਇਹਦੇ ਵਿੱਚੋਂ ਕਾਮਨ ਦੇਖਦੇ ਹਾਂ, ਸਾਂਝਾ ਦੇਖਦੇ ਹਾਂ ਕੀ ਚੀਜ਼ ਆ ਸਕਦੀ ਆ। ਜਦੋਂ ਅਸੀਂ ਇਸ ਦੇ ਵਿੱਚੋਂ ਕਾਮਨ ਦੇਖਦੇ ਹਾਂ ਤਾਂ ਸਾਨੂੰ ਦਿਖਦਾ ਹੈ ਕਿ 22/7 ਗੁਣਾ 3 ਜੋ ਹੈ ਉਹ ਸਾਡੇ ਕੋਲ ਕਾਮਨ ਆ ਜਾਏਗਾ ਅਤੇ ਬ੍ਰੈਕਟ ਦੇ ਵਿੱਚ ਸਾਡੇ ਕੋਲ ਬਚ ਜਾਏਗਾ 2/3 ਗੁਣਾ 3 ਜੋੜ 1/3 ਗੁਣਾ 12। ਤਾਂ ਇਸ ਨੂੰ ਜਦੋਂ ਦੂਸਰੀ ਸਾਈਡ ਦੇ ਉੱਤੇ ਲੈ ਕੇ ਜਾਵਾਂਗੇ ਤਾਂ 22/7 ਜੋ ਹਨ 22/7 ਨਾਲ ਕੈਂਸਲ ਹੋ ਜਾਣਗੇ, 3 ਅਤੇ 6 ਆਪਸ ਵਿੱਚ ਕੈਂਸਲ ਹੋ ਜਾਣਗੇ ਤਾਂ ਸਾਡੇ ਕੋਲ ਜੋ ਬਚੇਗਾ ਉਹ ਬਚੇਗਾ 2 ਗੁਣਾ 2 ਗੁਣਾ 15 ਬਰਾਬਰ ਹੈ n ਗੁਣਾ 2 + 4। 3 ਨੂੰ 3 ਨਾਲ ਕੱਟਿਆ ਤਾਂ ਉਹ 1 ਆ ਜਾਏਗਾ ਅਤੇ 2 ਨੂੰ 1 ਨਾਲ ਮਲਟੀਪਲਾਈ ਕਰਾਂਗੇ 2। ਤਾਂ ਇਸ ਤਰ੍ਹਾਂ ਜਦੋਂ ਅਸੀਂ 2 ਗੁਣਾ 2 ਗੁਣਾ 15 ਕਰਦੇ ਹਾਂ ਤਾਂ ਸਾਡੇ ਕੋਲ ਆ ਜਾਂਦਾ ਹੈ 60 ਅਤੇ n ਗੁਣਾ ਬ੍ਰੈਕਟ ਨੂੰ ਸੋਲਵ ਕਰਦੇ ਹਾਂ ਤਾਂ ਸਾਡੇ ਕੋਲ ਆ ਜਾਂਦਾ ਹੈ 6n। ਤਾਂ ਇਸ ਤਰ੍ਹਾਂ n ਦਾ ਮੁੱਲ ਕਿੰਨਾ ਆ ਜਾਏਗਾ ਸਾਡੇ ਕੋਲ 60
ਬਟਾ 6 ਬਰਾਬਰ ਹੈ 10। ਇਸ ਤਰ੍ਹਾਂ ਅਸੀਂ ਕੁੱਲ ਕਿੰਨੇ ਆਈਸਕ੍ਰੀਮ ਭਰ ਸਕਦੇ ਹਾਂ? 10 ਆਈਸਕ੍ਰੀਮ ਜੋ ਹਨ ਕੋਨ ਹਨ ਭਰ ਸਕਦੇ ਹਾਂ। ਇਸ ਤਰ੍ਹਾਂ ਜੋ ਦਿੱਤੇ ਹੋਏ ਸਵਾਲ ਸੀ ਉਸ ਦੇ ਮੁਤਾਬਿਕ ਜੋ ਬੇਲਣ ਸੀ ਉਸ ਦੇ ਨਾਲ ਅਸੀਂ 10 ਆਈਸਕ੍ਰੀਮ ਜੋ ਹਨ ਉਹ ਪੂਰੀ ਤਰ੍ਹਾਂ ਭਰ ਸਕਦੇ ਹਾਂ। ਹੁਣ ਅਸੀਂ ਕਰਾਂਗੇ ਅਭਿਆਸ 13.3 ਦਾ ਇੱਕ ਬਹੁਤ ਹੀ ਇੰਪੋਰਟੈਂਟ ਸਵਾਲ, ਜਿਸ ਦੇ ਵਿੱਚ ਸਾਨੂੰ ਕਿਹਾ ਗਿਆ ਹੈ ਕਿ ਇੱਕ ਖੂਹ ਜੋ ਹੈ ਉਸ ਦੇ ਵਿੱਚੋਂ ਮਿੱਟੀ ਜੋ ਹੈ ਉਹ ਪੁੱਟੀ ਗਈ ਹੈ ਅਤੇ ਮਿੱਟੀ ਬਾਹਰ ਕੱਢਣ ਤੋਂ ਬਾਅਦ ਅਸੀਂ ਜੋ ਉਹ ਮਿੱਟੀ ਸੀ ਉਸ ਦੀ ਵਰਤੋਂ ਜੋ ਖੂਹ ਹੈ ਉਸ ਦੇ ਆਲੇ ਦੁਆਲੇ ਇੱਕ ਚਬੂਤਰਾ ਬਣਾਉਣ ਦੇ ਲਈ ਕੀਤੀ ਹੈ। ਤਾਂ ਜੋ ਚਬੂਤਰਾ ਬਣੇਗਾ ਅਸੀਂ ਉਸ ਦੀ ਉਚਾਈ ਜੋ ਹੈ ਉਹ ਪਤਾ ਕਰਨੀ ਹੈ। ਸਾਨੂੰ ਕਿਹਾ ਗਿਆ ਹੈ ਕਿ 3 ਮੀਟਰ ਵਿਆਸ ਵਾਲਾ 14 ਮੀਟਰ ਗਹਿਰਾਈ ਵਾਲਾ ਇੱਕ ਖੂਹ ਪੁੱਟਿਆ ਜਾਂਦਾ ਹੈ। ਇਸ ਵਿੱਚੋਂ ਨਿਕਲੀ ਮਿੱਟੀ ਨੂੰ ਖੂਹ ਦੇ ਚਾਰੇ ਪਾਸੇ ਇੱਕ 4 ਮੀਟਰ ਚੌੜਾ ਚਬੂਤਰਾ ਬਣਾਉਂਦੇ ਹੋਏ ਸਮਾਨ ਰੂਪ ਨਾਲ ਫੈਲਾ ਕੇ ਇੱਕ ਪ੍ਰਕਾਰ ਦਾ ਬੰਨ ਬਣਾਇਆ ਜਾਂਦਾ ਹੈ। ਇਸ ਬੰਨ ਦੀ ਉਚਾਈ ਜੋ ਹੈ ਉਹ ਪਤਾ ਕਰਨੀ ਹੈ। ਤਾਂ ਸਭ ਤੋਂ ਪਹਿਲਾਂ ਅਸੀਂ ਜੋ ਹੈ ਇੱਕ ਖੂਹ ਪੁੱਟਿਆ ਹੈ ਜਿਸ ਦਾ ਵਿਆਸ ਸਾਡੇ ਕੋਲ ਹੈ 3 ਮੀਟਰ ਅਤੇ ਜਿਸ ਦੀ ਡੂੰਘਾਈ ਸਾਨੂੰ ਦਿੱਤੀ ਹੈ 14 ਮੀਟਰ। ਇਸ ਦੇ ਵਿੱਚੋਂ ਜੋ ਮਿੱਟੀ ਨਿਕਲੀ ਸੀ ਉਸ ਨੂੰ ਅਸੀਂ ਖੂਹ ਦੇ ਹੀ ਆਲੇ ਦੁਆਲੇ ਯੂਜ਼ ਕੀਤਾ ਹੈ, ਵਰਤੋਂ ਕੀਤੀ ਹੈ ਬੰਨ ਬਣਾਉਣ ਦੇ ਲਈ। ਤਾਂ ਉਹ ਬੰਨ ਦੀ ਜੋ ਉਚਾਈ ਹੈ ਅਸੀਂ ਪਤਾ ਕਰਨੀ ਹੈ। ਤਾਂ ਜਿਸ ਤਰ੍ਹਾਂ ਕਿ ਬੰਨ ਜੋ ਬਣਿਆ ਹੈ ਉਹ ਮਿੱਟੀ ਤੋਂ ਹੀ ਬਣਿਆ ਹੈ ਅਤੇ ਇਹ ਜੋ ਮਿੱਟੀ ਹੈ ਸਾਡੇ ਖੂਹ ਵਿੱਚੋਂ ਨਿਕਲੀ ਹੋਈ ਮਿੱਟੀ ਹੀ ਹੈ, ਯਾਨੀ ਕਿ ਖੂਹ ਵਿੱਚੋਂ ਨਿਕਲੀ ਹੋਈ ਮਿੱਟੀ ਦਾ ਜੋ ਆਇਤਨ ਹੈ ਉਹ ਬੰਨ ਲਈ ਵਰਤੀ ਮਿੱਟੀ ਦੇ ਆਇਤਨ ਦੇ ਬਰਾਬਰ ਹੋਵੇਗਾ। ਤਾਂ ਸਭ ਤੋਂ ਪਹਿਲਾਂ ਖੂਹ ਦਾ ਵਿਆਸ ਬਰਾਬਰ ਹੈ 3 ਮੀਟਰ। ਤਾਂ ਖੂਹ ਦਾ ਅਰਧ ਵਿਆਸ ਅਸੀਂ ਜਾਣਦੇ ਹਾਂ ਕਿ ਅਰਧ ਵਿਆਸ ਜੋ ਹੈ ਵਿਆਸ ਤੋਂ ਅੱਧਾ ਹੁੰਦਾ ਹੈ 3/2 ਮੀਟਰ। ਖੂਹ ਦੀ ਉਚਾਈ ਯਾਨੀ ਕਿ H ਬਰਾਬਰ ਹੈ 14 ਮੀਟਰ। ਖੂਹ ਦਾ ਆਇਤਨ ਦਾ ਸੂਤਰ ਅਸੀਂ ਜਾਣਦੇ ਹਾਂ πr² H। ਤਾਂ 22/7 ਗੁਣਾ 3/2 ਗੁਣਾ 3/2 ਗੁਣਾ 14। ਉਸ ਤੋਂ ਬਾਅਦ ਜਿਹੜੀ ਇਹ ਮਿੱਟੀ ਨਿਕਲੀ ਸੀ ਇਸ ਨੂੰ ਅਸੀਂ ਖੂਹ ਦੇ ਆਲੇ ਦੁਆਲੇ ਜੋ ਹੈ ਬੰਨ ਬਣਾਉਣ ਦੇ ਲਈ ਵਰਤ ਲਿਆ ਹੈ। ਤਾਂ ਖੂਹ ਦੀ ਮਿੱਟੀ ਦਾ ਆਇਤਨ ਕਿਸ ਦੇ ਬਰਾਬਰ ਹੋਏਗਾ? ਜੋ ਖੂਹ ਦਾ ਆਇਤਨ ਹੈ ਇਸ ਦੇ ਬਰਾਬਰ ਹੋਏਗਾ ਅਤੇ ਨਾਲ ਹੀ ਜੋ ਚਬੂਤਰੇ ਦਾ ਆਇਤਨ ਹੈ ਇਸ ਦੇ ਬਰਾਬਰ ਹੋਏਗਾ। ਜਿੰਨੀ ਮਿੱਟੀ ਖੂਹ ਦੇ ਵਿੱਚੋਂ ਨਿਕਲੇਗੀ ਓਨੀ ਮਿੱਟੀ ਹੀ ਅਸੀਂ ਖੂਹ ਦੇ ਆਲੇ ਦੁਆਲੇ ਚਬੂਤਰਾ ਬਣਾਉਣ ਦੇ ਲਈ ਵਰਤ ਲੈਂਦੇ ਹਾਂ। ਮੰਨ ਲਓ ਚਬੂਤਰੇ ਦੀ ਉਚਾਈ ਜੋ ਹੈ ਸਾਡੇ ਕੋਲ H ਹੈ ਅਤੇ ਚਬੂਤਰੇ ਦੇ ਜੋ ਬਾਹਰੀ ਭਾਗ ਹੈ ਉਸ ਦਾ ਅਰਧ ਵਿਆਸ ਬਰਾਬਰ ਹੈ 4 ਜੋੜ 3/2। ਕਿਉਂਕਿ ਸਾਨੂੰ ਪਤਾ ਹੈ ਕਿ ਜੋ ਅੰਦਰੂਨੀ ਭਾਗ ਸੀ ਖੂਹ ਦਾ ਅੰਦਰੂਨੀ ਭਾਗ ਸੀ ਉਸ ਦਾ ਜੋ ਵਿਆਸ ਸੀ ਉਹ 3 ਮੀਟਰ ਸੀ ਅਤੇ ਇਸ ਦਾ ਅਰਧ ਵਿਆਸ 3/2 ਮੀਟਰ ਹੋ ਜਾਏਗਾ। ਜਦੋਂ ਅਸੀਂ ਖੂਹ ਦਾ ਜੋ ਕੇਂਦਰ ਹੈ ਉਸ ਨੂੰ ਬਾਹਰੀ ਬਿੰਦੂ ਤੱਕ ਦੇਖਣਾ ਹੈ ਤਾਂ ਜੋ ਖੂਹ ਦੇ ਚਬੂਤਰੇ ਦੀ ਚੌੜਾਈ ਸੀ 4 ਮੀਟਰ ਉਹ ਵਿੱਚ ਜੁੜ ਜਾਏਗੀ। ਤਾਂ ਸਾਡੇ ਕੋਲ ਇਹ ਆ ਜਾਏਗਾ 11/2 ਮੀਟਰ। ਹੁਣ ਕਿਉਂਕਿ ਚਬੂਤਰਾ ਜੋ ਹੈ ਉਹ ਅਸੀਂ ਸਾਈਡਾਂ 'ਤੇ ਹੀ ਬਣਾਇਆ ਹੈ ਤਾਂ ਵਿਚਕਾਰਲਾ ਭਾਗ ਜੋ ਹੈ ਉਹ ਖਾਲੀ ਹੈ। ਹਮੇਸ਼ਾ ਜਦੋਂ ਵੀ ਅਸੀਂ ਕਿਸੇ ਚੀਜ਼ ਦਾ ਰੇਡੀਅਸ ਲੈਂਦੇ ਹਾਂ ਅਰਧ ਵਿਆਸ ਲੈਂਦੇ ਹਾਂ ਤਾਂ ਉਹ ਕੇਂਦਰ ਤੋਂ ਹੀ ਲਿੱਤਾ ਜਾਂਦਾ ਹੈ। ਤਾਂ ਜੋ ਚਬੂਤਰਾ ਹੈ ਜਦੋਂ ਅਸੀਂ ਉਸਦਾ ਆਇਤਨ ਪਤਾ ਕਰਦੇ ਹਾਂ ਤਾਂ ਉਸਦਾ ਸੂਤਰ ਹੁੰਦਾ πr² H। ਪਰ ਜੋ ਆਰ ਲੈਤੀ ਹੈ ਉਹ ਅਸੀਂ ਕੇਂਦਰ ਤੋਂ ਬਾਹਰੀ ਬਿੰਦੂ ਤੱਕ ਲੈਤੀ ਹੈ, ਜਦ ਕਿ ਜੋ ਮਿੱਟੀ ਵਰਤੀ ਗਈ ਹੈ ਸਿਰਫ ਬਾਹਰ ਵਰਤੀ ਗਈ ਹੈ, ਬਾਹਰ ਯੂਜ਼ ਕੀਤੀ ਗਈ ਹੈ, ਯਾਨੀ ਕਿ ਖੂਹ ਦੇ ਵਿਚਲੇ ਹਿੱਸੇ ਦੇ ਵਿੱਚ ਨਹੀਂ ਕੀਤੀ ਗਈ। ਤਾਂ ਹੁਣ ਅਸੀਂ ਇੱਥੇ ਉਸੇ ਤਰ੍ਹਾਂ ਫਿਰ ਜੋ ਮਿੱਟੀ ਦਾ ਆਇਤਨ ਸੀ 22/7 ਗੁਣਾ 3/2 ਗੁਣਾ 3/2 ਗੁਣਾ 14 ਕਿਸ ਦੇ ਬਰਾਬਰ ਰੱਖਾਂਗੇ? ਅਸੀਂ ਬਰਾਬਰ ਰੱਖਾਂਗੇ πr² R। ਅਸੀਂ ਇੱਥੇ ਵੱਡਾ R ਲਿਆ ਹੈ ਯਾਨੀ ਕਿ ਬਾਹਰੀ ਬਿੰਦੂ ਤੱਕ 11/2। ਤਾਂ ਇਹ ਸਾਡੇ ਕੋਲ ਆਏਗਾ 22/7 ਗੁਣਾ 11/2 ਗੁਣਾ 11/2 ਗੁਣਾ H।
ਹੁਣ ਅਸੀਂ ਦੇਖਦੇ ਹਾਂ ਕਿ ਜੋ ਸੱਜੇ ਪਾਸੇ ਰਕਮ ਹੈ ਸਾਡੇ ਕੋਲ ਉਸ ਦੇ ਵਿੱਚੋਂ 22/7 ਗੁਣਾ h ਜੋ ਹੈ ਉਹ ਸਾਂਝਾ ਆ ਜਾਂਦਾ ਹੈ ਅਤੇ ਸਾਡੇ ਕੋਲ ਬ੍ਰੈਕਟ ਦੇ ਵਿੱਚ ਬਚ ਜਾਂਦਾ ਹੈ 11/2 ਗੁਣਾ 11/2 ਘਟਾਓ 3/2 ਗੁਣਾ 3/2, ਜਿਸ ਨੂੰ ਅਸੀਂ ਜਦੋਂ ਅੱਗੇ ਹੱਲ ਕਰਦੇ ਹਾਂ ਤਾਂ ਸਾਡੇ ਕੋਲ ਆ ਜਾਂਦਾ ਹੈ 121/4 ਮਾਈਨਸ 9/4, ਜੋ ਕਿ ਹੱਲ ਹੋ ਕੇ ਆ ਜਾਂਦਾ ਹੈ ਸਾਡੇ ਕੋਲ 112/4 ਅਤੇ ਇਸ ਦੇ ਨਾਲ ਜੋ 22/7 ਸੀ ਦੋਨੇ ਪਾਸੇ ਸੀ ਉਹ ਕਾਮਨ ਸੀ, ਆਪਸ ਵਿੱਚ ਕੈਂਸਲ ਆਊਟ ਹੋ ਜਾਂਦਾ ਹੈ ਤਾਂ ਸਾਡੇ ਕੋਲ ਆ ਜਾਂਦਾ ਹੈ 9/4 ਗੁਣਾ 14। ਹੁਣ ਅਸੀਂ ਸਿਰਫ h ਦਾ ਮੁੱਲ ਪਤਾ ਕਰਨਾ ਹੈ ਤਾਂ 4 ਜਦੋਂ ਦੂਸਰੀ ਸਾਈਡ ਤੇ ਲੈ ਕੇ ਜਾਵਾਂਗੇ ਅਤੇ 112 ਜੋ ਹਨ ਉਹ ਭਾਗ ਕਰਾਂਗੇ ਤਾਂ ਸਾਡੇ ਕੋਲ ਆ ਜਾਏਗਾ 9/4 ਮੀਟਰ। ਇਸ ਨੂੰ ਅਸੀਂ ਜਦੋਂ ਅੱਗੇ ਡਿਵਾਈਡ ਕਰਕੇ ਦੇਖਦੇ ਹਾਂ ਤਾਂ ਸਾਡੇ ਕੋਲ ਆ ਜਾਂਦਾ ਹੈ 1.125 ਸੈਂਟੀਮੀਟਰ। ਇਸ ਤਰ੍ਹਾਂ ਜੋ ਚਬੂਤਰਾ ਸੀ ਸਾਡੇ ਕੋਲ ਉਸ ਦੀ ਅਸੀਂ ਉਚਾਈ ਪਤਾ ਕਰ ਲਈ ਹੈ, ਉਹ ਹੈ ਸਾਡੇ ਕੋਲ 1.125 ਸੈਂਟੀਮੀਟਰ। ਪਿਆਰੇ ਬੱਚੋ, ਅੱਜ ਅਸੀਂ ਅਭਿਆਸ 13.3 ਕੀਤਾ ਹੈ ਜੋ ਕਿ ਬਹੁਤ ਹੀ ਇੰਪੋਰਟੈਂਟ ਅਭਿਆਸ ਹੈ ਪੇਪਰਾਂ ਦੇ ਪੁਆਇੰਟ ਆਫ ਵਿਊ ਦੇ ਨਾਲ। ਹਰ ਸਾਲ ਪੇਪਰਾਂ ਦੇ ਵਿੱਚ ਇਸ ਅਭਿਆਸ ਦੇ ਵਿੱਚੋਂ ਪ੍ਰਸ਼ਨ ਜੋ ਹਨ ਜ਼ਰੂਰ ਪੁੱਛੇ ਜਾਂਦੇ ਹਨ ਅਤੇ ਰੋਜ਼ਾਨਾ ਜੀਵਨ ਵਿੱਚ ਵੀ ਇਹ ਜੋ ਅਭਿਆਸ ਹੈ ਸਾਡੇ ਲਈ ਬਹੁਤ ਹੀ ਲਾਹੇਵੰਦ ਹੈ। ਤਾਂ ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਜੋ ਅੱਜ ਲੈਕਚਰ ਆਪਾਂ ਲਾਇਆ ਹੈ ਇਸ ਦੇ ਵਿੱਚ ਬੜੇ ਧਿਆਨ ਦੇ ਨਾਲ ਸਾਰੀ ਚੀਜ਼ ਸਮਝੀ ਹੋਊਗੀ, ਪਰ ਜੇਕਰ ਤੁਹਾਨੂੰ ਫਿਰ ਵੀ ਕੋਈ ਦਿੱਕਤ ਹੈ ਤਾਂ ਤੁਸੀਂ ਆਪਣੇ ਅਧਿਆਪਕ ਸਾਹਿਬਾਨ ਤੋਂ ਇਸ ਬਾਰੇ ਹੋਰ ਕਲੀਅਰ ਕਰ ਸਕਦੇ ਹੋ, ਉਹਨਾਂ ਤੋਂ ਪੁੱਛ ਸਕਦੇ ਹੋ। ਹੁਣ ਇਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਘਰ ਦੇ ਕੰਮ ਦੀ। ਤਾਂ ਪਿਆਰੇ ਬੱਚੋ, ਜੋ ਜਮਾਤ ਵਿੱਚ ਅੱਜ ਕੰਮ ਕਰਵਾਇਆ ਗਿਆ ਹੈ ਤੁਸੀਂ ਇਸ ਦੀ ਚੰਗੀ ਤਰ੍ਹਾਂ ਦੁਹਰਾਈ ਕਰਨੀ ਹੈ। ਜੋ ਵੀ ਸਵਾਲ ਅੱਜ ਅਸੀਂ ਕੀਤੇ ਹਨ ਉਹਨਾਂ ਨੂੰ ਤੁਸੀਂ ਆਪਣੀ ਕਾਪੀ 'ਤੇ ਕਰਕੇ ਦੇਖਣਾ ਹੈ। ਇਸ ਦੇ ਨਾਲ ਨਾਲ ਇਸ ਅਭਿਆਸ ਦੀਆਂ ਜੋ ਸਾਡੇ ਕੋਲ ਉਦਾਹਰਨਾਂ ਹਨ ਉਹ ਵੀ ਅਸੀਂ ਹੱਲ ਕਰਕੇ ਦੇਖਣੀਆਂ ਹਨ। ਮੈਨੂੰ ਆਸ ਹੈ ਕਿ ਤੁਸੀਂ ਸਾਰਾ ਜੋ ਘਰ ਦਾ ਕੰਮ ਹੈ ਉਹ ਜ਼ਰੂਰ ਕਰੋਗੇ। ਇਸੇ ਆਸ ਦੇ ਨਾਲ ਤੁਹਾਡੇ ਸਾਰਿਆਂ ਤੋਂ ਵਿਦਾ ਲੈਣਾ ਹਾਂ। ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ।